ਸਭ ਤੋਂ ਖਤਰਨਾਕ ਸਫ਼ਰ। ਇਸਲਾਮੀ ਸਲਤਨਤ ਦੇ ਪਹਿਲੇ ਖਲੀਫਾ ਹਜ਼ਰਤ ਅਬੂ ਬਕਰ ਰਜ਼ੀਅੱਲਾਹੂ ਅਨਹੂ ਨੇ ਜਦੋਂ ਫਾਰਸ ਦੀ ਜੰਗੀ ਮੁਹਿੰਮ ਵਿੱਚ ਰੁੱਝੇ ਪ੍ਰਧਾਨ ਸੈਨਾ ਨਾਇਕ ਹਜ਼ਰਤ ਖਾਲਿਦ ਬਿਨ ਵਲੀਦ ਰਜ਼ੀਅੱਲਾਹੂ ਅਨਹੂ ਨੂੰ ਸੁਨੇਹਾ ਭੇਜਿਆ ਕਿ ਤੁਰੰਤ ਰੋਮਨ ਸਾਮਰਾਜ ਅਰਥਾਤ ਮੁਲਕ ਸ਼ਾਮ ਦੀ ਸਰਹੱਦ ਤੇ ਪੁੱਜੋ, ਜਿੱਥੇ ਮਦੀਨੇ ਦੀ ਫੌਜ ਮੁਸ਼ਕਲ 'ਚ ਫਸੀ ਹੋਈ ਹੈ। ਤਾਂ ਹਜ਼ਰਤ ਖਾਲਿਦ ਰਜ਼ੀਅੱਲਾਹੂ ਅਨਹੂ ਦੀ ਰਾਤਾਂ ਦੀ ਨੀਂਦ ਉੱਡ ਗਈ, ਕਿਉਂਕਿ ਸਾਥੀਆਂ ਦੀ ਮਦਦ ਲਈ ਸਮਾਂ ਘੱਟ ਤੇ ਪੈਂਡਾ ਲੰਮਾ ਸੀ। ਇੱਕੋ ਬੰਦਾ ਸੀ ਰਾਫੇ ਬਿਨ ਉਮੈਰਾ, ਜੋ ਛੋਟਾ ਰਸਤਾ ਜਾਣਦਾ ਸੀ। ਰੱਬ ਵੱਲੋਂ ਉਸ ਨੂੰ ਬਖਸ਼ ਸੀ ਕਿ ਉਹ ਭੂਗਰਭ ਦੇ ਭੇਦ ਵੀ ਦੱਸ ਸਕਦਾ ਸੀ। ਉਹ ਜ਼ਬਰਦਸਤ ਯੋਧਾ ਤੇ ਮਾਰੂਥਲ ਦਾ ਭੇਤੀ ਸੀ। ਜਦ ਹਜ਼ਰਤ ਖਾਲਿਦ ਨੇ ਉਸ ਨੂੰ ਬੁਲਾ ਕੇ ਰਸਤੇ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗਾ, ਜ਼ਮੀਨ ਹੈ ਤਾਂ ਰਸਤੇ ਵੀ ਹਨ। ਇਹ ਮੁਸਾਫਿਰ ਦੀ ਹਿੰਮਤ ਤੇ ਨਿਰਭਰ ਹੈ ਕਿ ਉਹ ਹਰ ਰਸਤੇ ਤੇ ਤੁਰ ਸਕਦਾ ਹੈ ਜਾਂ ਨਹੀਂ। ਛੋਟਾ ਰਾਹ ਤਾਂ ਦੱਸ ਸਕਦਾ ਹਾਂ, ਪਰ ਇਹ ਨਹੀਂ ਦੱਸ ਸਕਦਾ ਕਿ ਫੌਜ ਦੇ ਕਿੰਨੇ ਬੰਦੇ ਜੀਵਤ ਮੰਜ਼ਿਲ ਤੱਕ ਅੱਪੜ ਸਕਣਗੇ। ਸਿੱਧੇ ਅਤੇ ਸੁਖਾਲੇ ਰਸਤੇ ਤੋਂ ਮੰਜ਼ਿਲ 600-700 ਮੀਲ ਸੀ, ਪਰ ਰਾਫੇ ਦੁਆਰਾ ਸੁਝਾਇਆ ਰਸਤਾ ਇਤਿਹਾਸਕਾਰਾਂ ਅਨੁਸਾਰ 120 ਮੀਲ ਸੀ। ਪਰ ਨਾਲ ਹੀ ਰਾਫੇ ਨੇ ਇਹ ਚੇਤਾਵਨੀ ਵੀ ਦਿੱਤੀ ਕਿ ਇਸ 5-6 ਦਿਨਾਂ ਦੇ ਔਖੇ ਮਾਰੂਥਲੀ ਰਸਤੇ ਤੋਂ ਇਨਸਾਨ ਤਾਂ ਕੀ ਘੋੜਾ ਵੀ ਨਹੀਂ ਲੰਘ ਸਕਦਾ। ਇਹ ਮਹੀਨਾ ਵੀ ਮਈ ਦਾ ਸੀ। ਆਪਣੇ ਕਈ ਸਾਥੀ ਕਮਾਂਡਰਾਂ ਦੇ ਮਨਾ ਕਰਨ ਤੇ ਵੀ ਹਜ਼ਰਤ ਖਾਲਿਦ ਬੜੀ ਦ੍ਰਿੜਤਾ ਨਾਲ ਆਪਣੇ ਫੈਸਲੇ ਤੇ ਡਟੇ ਰਹੇ ਤੇ ਕਿਹਾ, ਅਸੀਂ ਇਸੇ ਰਸਤੇ ਜਾਵਾਂਗੇ। ਹਜ਼ਰਤ ਖਾਲਿਦ ਉਹ ਦਲੇਰ ਸੈਨਾ ਨਾਇਕ ਸਨ ਜੋ ਮੁਸ਼ਕਲਾਂ ਦੀ ਵਿਆਖਿਆ ਸੁਣ ਕੇ ਨਹੀਂ, ਸਗੋਂ ਮੁਸ਼ਕਲਾਂ ਵਿੱਚ ਪੈ ਕੇ ਜਾਇਜ਼ਾ ਲੈਂਦੇ ਸਨ ਕਿ ਇਹਨਾਂ ਦੀ ਸ਼ਿੱਦਤ ਕਿੰਨੀ ਕੁ ਹੈ। ਉਹਨਾਂ ਨੂੰ ਇੱਕੋ ਇੱਕ ਚਿੰਤਾ ਸੀ ਕਿ ਕਿਤੇ ਦੇਰ ਨਾ ਹੋ ਜਾਵੇ। ਹਜ਼ਰਤ ਖਾਲਿਦ ਨੇ ਫੈਸਲਾ ਕੀਤਾ ਕਿ ਫੌਜ ਦਾ ਹਰ ਸਿਪਾਹੀ ਊਠ ਤੇ ਸਵਾਰ ਹੋਵੇਗਾ ਤੇ ਘੋੜੇ ਬਿਨਾਂ ਸਵਾਰੀਆਂ ਤੋਂ ਪਿੱਛੇ ਪਿੱਛੇ ਚੱਲਣਗੇ। ਮਈ ਦਾ ਮਹੀਨਾ ਤਿਆਰੀ ਕਰਦਿਆਂ ਲੰਘ ਗਿਆ। ਜੂਨ 634 ਈਸਵੀ ਰੱਬਿਲ ਆਖਿਰ 13 ਹਿਜਰੀ ਦਾ ਮਹੀਨਾ ਚੜ੍ਹ ਗਿਆ। ਹਜ਼ਰਤ ਖਾਲਿਦ ਨੇ ਆਪਣੇ 9000 ਸਾਥੀਆਂ ਨੂੰ ਕੂਚ ਦਾ ਹੁਕਮ ਦੇ ਦਿੱਤਾ। ਇਸ ਸਫ਼ਰ ਨੂੰ ਮੁਸਲਿਮ ਤੇ ਯੂਰਪੀ ਇਤਿਹਾਸਕਾਰਾਂ ਨੇ ਵੀ ਇਤਿਹਾਸ ਦਾ ਸਭ ਤੋਂ ਖਤਰਨਾਕ ਸਫ਼ਰ ਕਿਹਾ ਹੈ। ਕਰਾਕਰ ਨਾਮੀ ਸਥਾਨ ਤੋਂ ਜਿੰਨਾ ਹੋ ਸਕਦਾ ਸੀ ਵੱਧ ਤੋਂ ਵੱਧ ਪਾਣੀ ਮਸ਼ਕਾਂ ਤੇ ਮਟਕਿਆਂ ਵਿੱਚ ਭਰ ਲਿਆ ਗਿਆ। ਇਸ ਤੋਂ ਬਾਅਦ 5-6 ਦਿਨਾਂ ਮਗਰੋਂ ਸੂਆ ਨਾਮੀ ਸਥਾਨ ਤੇ ਪਾਣੀ ਮਿਲਣ ਦੀ ਆਸ ਸੀ। ਰਾਫੇ ਬਿਨ ਉਮੈਰਾ ਨੇ ਹਜ਼ਰਤ ਖਾਲਿਦ ਦਾ ਰਾਹ ਰੋਕ ਕੇ ਤੇ ਉਹਨਾਂ ਦੇ ਦੋਹਾਂ ਮੋਢਿਆਂ ਤੇ ਹੱਥ ਧਰ ਕੇ ਤਰਲਾ ਮਾਰਿਆ, ਇਬਨ ਵਲੀਦ, ਹੁਣ ਵੀ ਸੋਚ ਲੈ, ਰਸਤਾ ਬਦਲ ਲੈ, ਇੰਨੀਆਂ ਜਾਨਾਂ ਨਾਲ ਨਾ ਖੇਡ। ਪਰ ਖਾਲਿਦ ਰਜ਼ੀਅੱਲਾਹੂ ਤਾਲਾ ਅਨਹੂ ਦੇ ਹੌਸਲੇ ਤੇ ਰੋਹਬ ਅੱਗੇ ਉਹ ਜ਼ਿਆਦਾ ਦੇਰ ਨਾ ਟਿਕ ਸਕਿਆ ਅਤੇ ਮੋਹਰਿਓਂ ਹਟ ਕੇ ਲਸ਼ਕਰ ਦੇ ਨਾਲ ਅੱਗੇ ਤੁਰ ਪਿਆ, ਕਿਉਂ ਜੋ ਉਸੇ ਨੇ ਰਹਿਬਰੀ ਕਰਨੀ ਸੀ। ਪ੍ਰਸਿੱਧ ਜਰਨੈਲ ਮੁਸੰਨਾ ਬਿਨ ਹਾਰਸਾ, ਜਿਨ੍ਹਾਂ ਨੇ ਖਾਲਿਦ ਰਜ਼ੀਅੱਲਾਹੂ ਅਨਹੂ ਦੇ ਹੁਕਮ ਅਨੁਸਾਰ ਉਹਨਾਂ ਪਿੱਛੋਂ ਇਸ ਇਲਾਕੇ ਦੀ ਕਮਾਨ ਸਾਂਭਣੀ ਸੀ, ਉਹਨਾਂ ਨੂੰ ਯਕੀਨ ਨਹੀਂ ਸੀ ਕਿ ਉਹ ਹਜ਼ਰਤ ਖਾਲਿਦ ਅਤੇ ਉਹਨਾਂ ਦੇ 9000 ਸਾਥੀਆਂ ਨੂੰ ਮੁੜ ਕਦੇ ਦੇਖ ਸਕਣਗੇ। ਮੁਸੰਨਾ ਨੇ ਖਲੀਫਾ ਅਬੂ ਬਕਰ ਰਜ਼ੀਅੱਲਾਹੂ ਅਨਹੂ ਦੇ ਸ਼ਬਦਾਂ ਨੂੰ ਆਪਣੇ ਸਾਥੀਆਂ ਮੁਹਰੇ ਦੁਹਰਾਇਆ, ਹੁਣ ਕੋਈ ਮਾਂ ਖਾਲਿਦ ਜਿਹਾ ਪੁੱਤਰ ਨਹੀਂ ਜੰਮ ਸਕੇਗੀ। ਉਹੀ ਰੇਗਿਸਤਾਨ ਜੋ ਰਾਤ ਨੂੰ ਠੰਡਾ ਸੀ, ਸੂਰਜ ਨਿਕਲਦੇ ਹੀ ਮਗਣ ਲੱਗਾ ਅਤੇ ਜਦੋਂ ਸੂਰਜ ਹੋਰ ਉਤਾਂਹ ਹੋਇਆ ਤਾਂ ਜ਼ਮੀਨ ਤੇ ਪਾਣੀ ਰੰਗਾ ਭਾਂਬੜ ਮਚਣ ਲੱਗਾ। ਪਾਣੀ ਰੰਗਾ ਝਿਲਮਿਲ ਕਰਦਾ ਇੱਕ ਪਰਦਾ ਸੀ ਜੋ ਅੱਗੇ ਤੁਰਦਾ ਜਾ ਰਿਹਾ ਸੀ। ਉਸ ਤੋਂ ਅੱਗੇ ਕੁਝ ਪਤਾ ਨਹੀਂ ਸੀ ਚੱਲਦਾ ਕੀ ਹੈ। ਜੂਨ ਦਾ ਸੂਰਜ ਜਦੋਂ ਸਿਖਰ ਤੇ ਆਇਆ ਤਾਂ ਫੌਜ ਦੇ ਲੋਕ ਇੱਕ ਦੂਜੇ ਨੂੰ ਪਛਾਣ ਨਹੀਂ ਸਕਦੇ ਸਨ। ਹਰ ਕੋਈ ਧਰਤੀ ਤੋਂ ਉੱਠਦੇ ਹੋਏ ਸੇਕ ਦੇ ਬਲਦੇ ਪਰਦੇ ਵਿੱਚ ਮੱਚਦਾ, ਕੰਬਦਾ ਜਾਂ ਲਮਕਦੇ ਹੋਏ ਬਰੀਕ ਕੱਪੜੇ ਵਾਂਗ ਲਹਿਰਾਂ ਦੀ ਤਰ੍ਹਾਂ ਹਿੱਲਦਾ ਨਜ਼ਰ ਆਉਂਦਾ ਸੀ। ਮੁਜਾਹਿਦਾਂ ਨੇ ਰਲ ਕੇ ਇੱਕ ਜੰਗੀ ਗੀਤ ਗਾਉਣਾ ਸ਼ੁਰੂ ਕਰ ਦਿੱਤਾ। ਹਜ਼ਰਤ ਖਾਲਿਦ ਨੇ ਉਹਨਾਂ ਨੂੰ ਰੋਕ ਦਿੱਤਾ, ਕਿਉਂਕਿ ਬੋਲਣ ਨਾਲ ਪਿਆਸ ਵੱਧ ਜਾਣ ਦਾ ਡਰ ਸੀ। ਊਠ ਕਈ ਦਿਨ ਪਿਆਸਾ ਸਫ਼ਰ ਕਰ ਸਕਦਾ ਹੈ, ਪਰ ਇਨਸਾਨ ਪੈਦਲ ਜਾ ਰਿਹਾ ਹੋਵੇ, ਊਠ ਜਾਂ ਘੋੜੇ ਤੇ ਸਵਾਰ ਹੋਵੇ, ਉਹ ਕੁਝ ਘੰਟਿਆਂ ਤੋਂ ਵੱਧ ਪਿਆਸ ਬਰਦਾਸ਼ਤ ਨਹੀਂ ਕਰ ਸਕਦਾ। ਪਹਿਲੀ ਸ਼ਾਮ ਜਦੋਂ ਡੇਰਾ ਲਾਇਆ ਤਾਂ ਸਾਰੇ ਪਾਣੀ ਤੇ ਟੁੱਟ ਪਏ। ਉਹਨਾਂ ਦੇ ਸਰੀਰ ਸੜ ਰਹੇ ਸਨ, ਖਾਣ ਦੀ ਥਾਂ ਵੀ ਉਹਨਾਂ ਨੇ ਪਾਣੀ ਪੀ ਲਿਆ। ਦੂਸਰੇ ਦਿਨ ਹਰ ਬੰਦਾ ਮਹਿਸੂਸ ਕਰ ਰਿਹਾ ਸੀ ਕਿ ਇਹ ਉਹ ਮਾਰੂਥਲ ਨਹੀਂ ਜਿਸ ਵਿੱਚ ਉਹਨਾਂ ਨੇ ਅਣਗਿਣਤ ਵਾਰ ਸਫ਼ਰ ਕੀਤਾ ਹੈ। ਇਹ ਤਾਂ ਨਰਕ ਹੈ ਜਿਸ ਵਿੱਚ ਉਹ ਤੁਰੇ ਜਾ ਰਹੇ ਸਨ। ਇੱਕ ਤਾਂ ਸੇਕ ਸੀ ਜੋ ਸਾੜ ਰਿਹਾ ਸੀ, ਦੂਜਾ ਰੇਤ ਦੀ ਲਿਸ਼ਕ ਸੀ ਜੋ ਅੱਖਾਂ ਨਹੀਂ ਖੋਲਣ ਦਿੰਦੀ ਸੀ। ਰੇਤ ਦਾ ਸਮੁੰਦਰ ਸੀ, ਸਗੋਂ ਇਹ ਅੱਗ ਦਾ ਸਾਗਰ ਸੀ ਅਤੇ ਲਸ਼ਕਰ ਚਿਣਗ ਵਿੱਚ ਤੈਰਦਾ ਜਾ ਰਿਹਾ ਸੀ। ਤੀਸਰੇ ਦਿਨ ਦਾ ਸਫ਼ਰ ਅਜਿਹਾ ਭਿਆਨਕ ਅਤੇ ਕਸ਼ਟਦਾਈ ਹੋ ਗਿਆ ਕਿ ਟਿੱਬੇ ਅਤੇ ਉਤਾਰ ਚੜਾਅ ਦਾ ਇਲਾਕਾ ਸ਼ੁਰੂ ਹੋ ਗਿਆ ਸੀ। ਇਹ ਰੇਤ ਅਤੇ ਮਿੱਟੀ ਦੇ ਧੌੜੇ ਸਨ ਜੋ ਅੱਗ ਦੀਆਂ ਕੰਧਾਂ ਵਾਂਗ ਸਨ। ਪਹਿਲਾਂ ਤਾਂ ਕਾਫਲਾ ਸਿੱਧਾ ਜਾ ਰਿਹਾ ਸੀ, ਹੁਣ ਥੋੜੇ ਫਾਸਲੇ ਤੇ ਮੁੜਨਾ ਪੈਂਦਾ ਸੀ। ਕੰਧਾਂ ਵਰਗੇ ਧੌੜੇ ਉਹਨਾਂ ਨੂੰ ਸਾੜ ਰਹੇ ਸਨ। ਇੱਥੇ ਸਭ ਤੋਂ ਵੱਧ ਖਤਰਾ ਭਟਕ ਜਾਣ ਦਾ ਸੀ। ਕੁਝ ਦੀਵਾਰਾਂ ਵਰਗੇ ਧੌੜਿਆਂ ਦੇ ਵਿਚਕਾਰ ਜਗ੍ਹਾ ਇੰਨੀ ਤੰਗ ਸੀ ਕਿ ਊਠ ਦੋਹਾਂ ਪਾਸਿਆਂ ਤੋਂ ਖਹਿ ਕੇ ਲੰਘਦੇ ਸਨ। ਊਠ ਭੁੱਸਰ ਜਾਂਦੇ ਸਨ ਕਿ ਜਿਵੇਂ ਉਹਨਾਂ ਦੇ ਜਿਸਮ ਨੂੰ ਤੱਤਾ ਲੋਹਾ ਲਗਾ ਦਿੱਤਾ ਗਿਆ ਹੋਵੇ। ਤੀਸਰੀ ਸ਼ਾਮ ਡੇਰਾ ਲਾਇਆ ਤਾਂ ਸਾਰਿਆਂ ਦੇ ਮੂੰਹ ਅੱਡੇ ਹੋਏ ਸਨ ਅਤੇ ਉਹ ਆਪੋ ਵਿੱਚ ਗੱਲਬਾਤ ਵੀ ਨਹੀਂ ਕਰ ਸਕਦੇ ਸਨ। ਉਸ ਸ਼ਾਮ ਫੌਜ ਨੇ ਪਾਣੀ ਪੀਤਾ ਤਾਂ ਇਹ ਡਰਾਉਣਾ ਭੇਤ ਖੁੱਲਿਆ ਕਿ ਬਾਕੀ ਸਫ਼ਰ ਲਈ ਪਾਣੀ ਨਹੀਂ ਰਿਹਾ। ਪਾਣੀ ਦਾ ਭੰਡਾਰ 5 ਦਿਨਾਂ ਲਈ ਕਾਫੀ ਸੀ, ਪਰ ਇਹ ਤੀਜੇ ਦਿਨ ਹੀ ਖਤਮ ਹੋ ਗਿਆ। ਰਾਹ ਵਿੱਚ ਵੀ ਉਹ ਪਾਣੀ ਪੀਂਦੇ ਸਨ। ਚੌਥਾ ਦਿਨ ਕਿਆਮਤ ਤੋਂ ਘੱਟ ਨਹੀਂ ਸੀ।
ਪਾਣੀ ਦੀ ਇੱਕ ਬੂੰਦ ਵੀ ਨਹੀਂ ਸੀ। ਤ੍ਰੇ ਦਾ ਅਸਰ ਜਿਸਮਾਨੀ ਹੁੰਦਾ ਹੈ ਅਤੇ ਇੱਕ ਅਸਰ ਰੇਗਿਸਤਾਨ ਦਾ ਆਪਣਾ ਹੁੰਦਾ ਹੈ ਜੋ ਮੱਤ ਮਾਰ ਦਿੰਦਾ ਹੈ। ਇਹ ਉਹ ਵੇਲਾ ਹੁੰਦਾ ਹੈ ਜਦੋਂ ਪਾਣੀ ਦਾ ਭੁਲੇਖਾ ਪੈਂਦਾ ਹੈ। ਪਾਣੀ ਅਤੇ ਨਖਲਿਸਤਾਨ ਨਜ਼ਰ ਆਉਂਦੇ ਹਨ, ਸ਼ਹਿਰ ਅਤੇ ਸਮੁੰਦਰੀ ਬੇੜੇ ਦਿਸਦੇ ਹਨ ਅਤੇ ਮੁਸਾਫਿਰ ਇਹਨਾਂ ਨੂੰ ਹਕੀਕਤ ਸਮਝ ਬੈਠਦੇ ਹਨ। ਰੇਤ ਦੀ ਲਿਸ਼ਕੋਰ ਦਾ ਅਸਰ ਵੀ ਬੜਾ ਡਰਾਉਣਾ ਸੀ। ਕਾਫਲੇ ਵਿੱਚੋਂ ਕਿਸੇ ਨੇ ਚੀਖ ਕੇ ਕਿਹਾ, "ਉਹ ਪਾਣੀ ਆ ਗਿਆ, ਪਹਿਲਾਂ ਮੈਂ ਪੀਵਾਂਗਾ।" ਅਤੇ ਉਹ ਆਦਮੀ ਚੱਲਦੇ ਹੋਏ ਊਠ ਤੋਂ ਛਾਲ ਮਾਰ ਕੇ ਇੱਕ ਪਾਸੇ ਦੌੜ ਪਿਆ। 3-4 ਬੰਦੇ ਉਸ ਦੇ ਮਗਰ ਗਏ। "ਉਸ ਨੂੰ ਰੱਬ ਹਵਾਲੇ ਕਰ ਦਿਓ," ਰਾਫੇ ਬਿਨ ਉਮੈਰਾ ਨੇ ਦੂਰੋਂ ਹੀ ਕਿਹਾ। ਰੇਗਿਸਤਾਨ ਨੇ ਕੁਰਬਾਨੀਆਂ ਵਸੂਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਸ ਦੇ ਮਗਰ ਨਾ ਦੌੜੋ, ਸਭ ਮਾਰੇ ਜਾਓਗੇ। ਕੁਝ ਚਿਰ ਪਿੱਛੋਂ ਇੱਕ ਹੋਰ ਬੰਦਾ ਬੇਹੋਸ਼ ਹੋ ਕੇ ਊਠ ਤੋਂ ਡਿੱਗਿਆ। ਉਹ ਉੱਠਿਆ ਅਤੇ ਊਠ ਵੱਲ ਆਉਣ ਦੀ ਬਜਾਏ ਉਲਟ ਪਾਸੇ ਚੱਲ ਪਿਆ। ਕੋਈ ਵੀ ਉਸ ਦੇ ਮਗਰ ਨਾ ਗਿਆ। ਪਿੱਛੇ ਨਾ ਜਾਣ ਦਾ ਇੱਕ ਕਾਰਨ ਇਹ ਵੀ ਸੀ ਕਿ ਸਭ ਦੀਆਂ ਅੱਖਾਂ ਬੰਦ ਸਨ। ਰੇਤ ਦੀ ਲਿਸ਼ਕ ਅਤੇ ਸੇਕ ਅੱਖਾਂ ਖੋਲ੍ਹਣ ਹੀ ਨਹੀਂ ਦਿੰਦੇ ਸਨ। ਚੌਥਾ ਦਿਨ, ਜੋ ਪਾਣੀ ਤੋਂ ਬਗੈਰ ਲੰਘ ਰਿਹਾ ਸੀ, ਸਹੀ ਅਰਥਾਂ ਵਿੱਚ ਨਰਕ ਦੇ ਦਿਨਾਂ ਵਿੱਚੋਂ ਇੱਕ ਸੀ। ਅਜਿਹਾ ਲੱਗਦਾ ਸੀ ਜਿਵੇਂ ਸੂਰਜ ਹੋਰ ਨੇੜੇ ਆ ਗਿਆ ਹੋਵੇ। ਪਹਿਲਾਂ ਤਾਂ ਸਾਰੇ ਖੁਦ ਅੱਖਾਂ ਬੰਦ ਰੱਖਦੇ ਸਨ, ਕਿਉਂਕਿ ਲਿਸ਼ਕ ਅਤੇ ਸੇਕ ਨਾਲ ਅੱਖਾਂ ਸੜਦੀਆਂ ਸਨ। ਹੁਣ ਅੱਖਾਂ ਖੁੱਲ੍ਹਦੀਆਂ ਹੀ ਨਹੀਂ ਸਨ। ਊਠ ਵੀ ਹੰਭ ਤੇ ਹਾਰ ਰਹੇ ਸਨ। ਕੋਈ ਊਠ ਬੜੀ ਡਰਾਉਣੀ ਆਵਾਜ਼ ਕੱਢਦਾ, ਬੈਠਣ ਲਈ ਅਗਲੀਆਂ ਲੱਤਾਂ ਮੋੜਦਾ ਅਤੇ ਵੱਖੀ ਭਰਨੇ ਜਾ ਡਿੱਗਦਾ। ਸਵਾਰ ਵੀ ਡਿੱਗਦਾ, ਪਰ ਉਸ ਵਿੱਚ ਉੱਠਣ ਦੀ ਹਿੰਮਤ ਨਹੀਂ ਹੁੰਦੀ ਸੀ। ਕਾਫਲੇ ਦੇ ਹਰੇਕ ਬੰਦੇ ਦੀਆਂ ਅੱਖਾਂ ਬੰਦ ਸਨ ਅਤੇ ਦਿਮਾਗ ਸੁੰਨ ਹੋ ਗਏ ਸਨ। ਉਹਨਾਂ ਨੂੰ ਮਹਿਸੂਸ ਹੀ ਨਹੀਂ ਹੁੰਦਾ ਸੀ ਕਿ ਉਹਨਾਂ ਦਾ ਕੋਈ ਸਾਥੀ ਊਠ ਤੋਂ ਡਿੱਗ ਪਿਆ ਹੈ ਜਾਂ ਫਿਰ ਉਸ ਦਾ ਊਠ ਵੀ ਡਿੱਗ ਪਿਆ ਹੈ ਅਤੇ ਉਸ ਨੂੰ ਚੁੱਕ ਕੇ ਆਪਣੇ ਨਾਲ ਊਠ ਤੇ ਬਿਠਾ ਲਈਏ। ਕਮਲੇ ਹੋਣ ਅਤੇ ਧੋਖੇ ਦਾ ਸ਼ਿਕਾਰ ਹੋਣ ਵਾਲਿਆਂ ਦੀ ਸੰਖਿਆ ਵੱਧਦੀ ਹੀ ਜਾ ਰਹੀ ਸੀ। ਖੁਦ ਹਜ਼ਰਤ ਖਾਲਿਦ ਦੀ ਹਾਲਤ ਅਜਿਹੀ ਹੋ ਗਈ ਸੀ ਕਿ ਉਹਨਾਂ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿ ਕਾਫਲੇ ਵਿੱਚ ਕੀ ਕੁਝ ਵਾਪਰ ਰਿਹਾ ਹੈ। ਉਹ ਤਾਂ ਹੌਸਲੇ ਤੇ ਈਮਾਨ ਦੀ ਤਾਕਤ ਸੀ ਜਿਸ ਨੇ ਉਹਨਾਂ ਨੂੰ ਜੀਵਤ ਰੱਖਿਆ ਹੋਇਆ ਸੀ, ਅਤੇ ਇਹ ਊਠ ਸਨ ਜੋ ਤੁਰੇ ਜਾ ਰਹੇ ਸਨ। ਜੇਕਰ ਊਠ ਰੁਕ ਜਾਂਦੇ ਤਾਂ ਕਾਫਲੇ ਦਾ ਕੋਈ ਇੱਕ ਵੀ ਬੰਦਾ ਇੱਕ ਲਾਂਘ ਵੀ ਪੁੱਟ ਨਹੀਂ ਸੀ ਸਕਦਾ। ਘੋੜਿਆਂ ਦੇ ਮੂੰਹ ਖੁੱਲ੍ਹ ਗਏ ਸਨ ਅਤੇ ਜੀਭਾਂ ਲਮਕ ਕੇ ਬਾਹਰ ਆ ਗਈਆਂ ਸਨ। ਮੁਜਾਹਦਾਂ ਦੀਆਂ ਜ਼ੁਬਾਨਾਂ ਸੁੱਜ ਗਈਆਂ ਸਨ। ਸੰਗ ਵਿੱਚ ਕੰਡੇ ਚੁੱਭ ਰਹੇ ਸਨ, ਇਸ ਕਰਕੇ ਉਹਨਾਂ ਦੇ ਮੂੰਹ ਵੀ ਖੁੱਲ੍ਹ ਗਏ ਸਨ। ਉਹ ਤਾਂ ਹੁਣ ਨਿਰੀਆਂ ਲਾਸ਼ਾਂ ਹੀ ਸਨ। ਊਠਾਂ ਦੀਆਂ ਪਿੱਠਾਂ ਤੇ ਆਪਣੇ ਆਪ ਨੂੰ ਸੰਭਾਲ ਨਹੀਂ ਸਕਦੇ ਸਨ। ਇਸੇ ਕਰਕੇ ਉਹਨਾਂ ਵਿੱਚੋਂ ਕੋਈ ਨਾ ਕੋਈ ਡਿੱਗ ਪੈਂਦਾ ਸੀ। ਹੁਣ ਉਹਨਾਂ ਦੇ ਪ੍ਰਾਣ ਨਿਕਲਣ ਵਾਲੇ ਹੋ ਗਏ ਸਨ। ਸਰੀਰ ਦੀ ਨਮੀ ਖੁਸ਼ਕ ਹੋ ਗਈ ਸੀ। ਰਾਤ ਨੂੰ ਕਾਫਲਾ ਰੁਕਿਆ। ਸਾਰਿਆਂ ਨੇ ਰਾਤ ਜਾਗ ਕੇ ਕੱਟੀ। ਸਰੀਰ ਅੰਦਰ ਕੰਡੇ ਚੁੱਭ ਰਹੇ ਸਨ। ਜ਼ੁਬਾਨਾਂ ਦੀ ਹਾਲਤ ਅਜਿਹੀ ਸੀ ਜਿਵੇਂ ਮੂੰਹ ਵਿੱਚ ਕਿਸੇ ਨੇ ਲੱਕੜੀ ਦਾ ਟੋਟਾ ਰੱਖ ਦਿੱਤਾ ਹੋਵੇ। ਸਫ਼ਰ ਦੇ ਆਖਰੀ ਦਿਨ ਦਾ ਸੂਰਜ ਚੜ੍ਹਿਆ ਤੇ ਸਭਨਾਂ ਨੂੰ ਮੌਤ ਦਾ ਸੁਨੇਹਾ ਦੇਣ ਲੱਗਾ। ਕਈ ਜਣੇ ਊਠਾਂ ਤੇ ਬੇਹੋਸ਼ ਹੋ ਗਏ। ਉਹ ਖੁਸ਼ਕਿਸਮਤ ਸਨ ਜੋ ਪਲਟੀ ਖਾ ਕੇ ਡਿੱਗੇ ਨਹੀਂ। ਇਹ ਕਾਫਲਾ ਹੁਣ ਕਾਫਲੇ ਵਾਂਗ ਨਹੀਂ ਜਾ ਰਿਹਾ ਸੀ। ਊਠ ਖਿਲਰ ਗਏ ਸਨ, ਕੁਝ ਬਹੁਤ ਪਿੱਛੇ ਰਹਿ ਗਏ ਸਨ, ਕਈ ਸੱਜੇ ਤੇ ਖੱਬੇ ਫੈਲ ਗਏ ਸਨ। ਰਫ਼ਤਾਰ ਅੱਤ ਦਰਜੇ ਦੀ ਸੁਸਤ ਹੋ ਗਈ ਸੀ। ਇਹ ਪਾਣੀ ਤੋਂ ਬਗੈਰ ਦੂਸਰਾ ਦਿਨ ਸੀ ਅਤੇ ਇਹ ਇੱਕ ਚਮਤਕਾਰ ਸੀ ਕਿ ਉਹ ਅਜੇ ਜਿਉਂਦੇ ਸਨ। ਕਿਹੜੀ ਤਾਕਤ ਸੀ ਜਿਸ ਨੇ ਉਹਨਾਂ ਨੂੰ ਜੀਵਤ ਰੱਖਿਆ ਹੋਇਆ ਸੀ? ਇਹ ਰੱਬ ਦਾ ਉਹ ਸੁਨੇਹਾ ਸੀ ਜੋ ਮੁਹੰਮਦ ਸਾਹਿਬ ਲੈ ਕੇ ਆਏ ਸਨ, ਅਤੇ ਇਹ ਮੁਜਾਹਿਦ ਇਨਸਾਨੀਅਤ ਦੀ ਮੁਕਤੀ ਲਈ ਰੱਬ ਦਾ ਇਹ ਸੁਨੇਹਾ ਧਰਤੀ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਰੇਗਿਸਤਾਨ ਦੀ ਅੱਗ ਵਿੱਚੋਂ ਲੰਘ ਰਹੇ ਸਨ। ਰੱਬ ਨੇ ਉਹਨਾਂ ਨੂੰ ਬੜੀ ਗੰਭੀਰ ਅਜ਼ਮਾਇਸ਼ ਵਿੱਚ ਪਾ ਦਿੱਤਾ ਸੀ ਅਤੇ ਉਸੇ ਦੀ ਜ਼ਾਤ ਨੇ ਉਹਨਾਂ ਨੂੰ ਜੀਵਤ ਰੱਖਿਆ ਹੋਇਆ ਸੀ। ਸੂਰਜ ਡੁੱਬਣ ਤੋਂ ਖਾਸਾ ਚਿਰ ਪਹਿਲਾਂ ਹਜ਼ਰਤ ਖਾਲਿਦ ਆਪਣੇ ਊਠ ਨੂੰ ਰਾਫੇ ਬਿਨ ਉਮੈਰਾ ਦੇ ਊਠ ਦੇ ਨੇੜੇ ਲੈ ਗਏ। ਹਜ਼ਰਤ ਖਾਲਿਦ ਨੇ ਬੜੀ ਔਖਿਆਈ ਨਾਲ ਇਹ ਸ਼ਬਦ ਮੂੰਹੋਂ ਉਚਾਰੇ, "ਇਬਨ ਉਮੈਰਾ, ਕੀ ਹੁਣ ਸਾਨੂੰ ਉਸ ਚਸ਼ਮੇ ਤੇ ਨਹੀਂ ਹੋਣਾ ਚਾਹੀਦਾ ਸੀ ਜਿਸ ਦਾ ਤੂੰ ਜ਼ਿਕਰ ਕੀਤਾ ਸੀ? ਸੂਆ ਇੱਕ ਹੀ ਮੰਜ਼ਲ ਦੂਰ ਰਹਿ ਗਿਆ ਹੋਵੇਗਾ।" ਰਾਫੇ ਬਿਨ ਉਮੈਰਾ ਨੇ ਕਿਹਾ, "ਅੱਲਾ ਤੈਨੂੰ ਰਾਜ਼ੀ ਰੱਖੇ ਵਲੀਦ ਦੇ ਪੁੱਤਰ, ਮੈਂ ਅੱਖਾਂ ਦਾ ਰੋਗੀ ਸੀ। ਇਸ ਮਾਰੂਥਲ ਨੇ ਮੇਰੀਆਂ ਅੱਖਾਂ ਦਾ ਚਾਨਣ ਖੋਹ ਲਿਆ ਹੈ। ਮੈਂ ਹੁਣ ਕਿਵੇਂ ਦੇਖਾਂ?" ਹਜ਼ਰਤ ਖਾਲਿਦ ਨੇ ਘਬਰਾਈ ਹੋਈ ਆਵਾਜ਼ ਵਿੱਚ ਪੁੱਛਿਆ, "ਕੀ ਤੂੰ ਅੰਨਾ ਹੋ ਗਿਆ ਹੈ? ਜੋ ਤੂੰ ਦੇਖ ਸਕਦਾ ਸੀ ਉਹ ਸਾਡੇ ਵਿੱਚੋਂ ਕੋਈ ਵੀ ਨਹੀਂ ਦੇਖ ਸਕਦਾ। ਕੀ ਅਸੀਂ ਭਟਕ ਗਏ ਹਾਂ?" ਇਤਿਹਾਸਕਾਰ ਵਾਕਦੀ ਅਤੇ ਤਬਰੀ ਨੇ ਲਿਖਿਆ ਹੈ ਕਿ ਰਾਫੇ ਬਿਨ ਉਮੈਰਾ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ। ਉਸ ਨੇ ਦਿਮਾਗ ਵਿੱਚ ਮਾੜਾ ਮੋਟਾ ਹਿਸਾਬ ਜਿਹਾ ਰੱਖਿਆ ਹੋਇਆ ਸੀ। ਇਹਨਾਂ ਦੋਹਾਂ ਇਤਿਹਾਸਕਾਰਾਂ ਨੇ ਉਸ ਦੇ ਸਹੀ ਬੋਲ ਆਪਣੀਆਂ ਲਿਖਤਾਂ ਵਿੱਚ ਨਕਲ ਕੀਤੇ ਹਨ। ਰਾਫੇ ਨੇ ਕਿਹਾ, "ਇਬਨੇ ਵਲੀਦ, ਕਾਫਲਾ ਇੱਥੇ ਹੀ ਰੋਕ ਲੈ। ਆਪਣੇ ਕੁਝ ਬੰਦਿਆਂ ਨੂੰ ਅੱਗੇ ਭੇਜ। ਉਹਨਾਂ ਨੂੰ ਆਖ ਕਿ ਉਹ ਅਰਧ ਗੋਲਾਕਾਰ ਸ਼ਕਲ ਦੇ 2 ਧੌੜਿਆਂ ਨੂੰ ਤਲਾਸ਼ ਕਰਨ। ਹਜ਼ਰਤ ਖਾਲਿਦ ਨੇ ਕੁਝ ਬੰਦਿਆਂ ਨੂੰ ਅੱਗੇ ਭੇਜ ਦਿੱਤਾ। ਇਹ ਬੰਦੇ ਛੇਤੀ ਹੀ ਵਾਪਸ ਆ ਗਏ ਅਤੇ ਉਹਨਾਂ ਨੇ ਦੱਸਿਆ ਕਿ ਉਹ 2 ਧੌੜੇ ਦੇਖ ਆਏ ਹਨ। ਰਾਫੇ ਨੇ ਹਜ਼ਰਤ ਖਾਲਿਦ ਨੂੰ ਕਿਹਾ ਕਿ ਰੱਬ ਦੀ ਮਿਹਰ ਨਾਲ ਉਹ ਸਹੀ ਰਸਤੇ ਜਾ ਰਹੇ ਹਨ, ਕਾਫਲੇ ਨੂੰ ਅੱਗੇ ਲੈ ਚਲੋ। ਰਾਫੇ ਨੇ ਕਿਹਾ, "ਇਬਨੇ ਵਲੀਦ, ਹੁਣ ਆਪਣੇ ਬੰਦਿਆਂ ਨੂੰ ਆਖ ਕਿ ਇੱਕ ਰੁੱਖ ਦੀ ਭਾਲ ਕਰਨ ਜਿਸ ਤੇ ਕੰਡੇ ਹੀ ਕੰਡੇ ਹੋਣਗੇ ਅਤੇ ਉਹ ਕੋਈ ਉੱਚਾ ਦਰਖਤ ਨਹੀਂ ਹੋਵੇਗਾ। ਉਹ ਦੂਰੋਂ ਅਜਿਹਾ ਦਿਸੇਗਾ ਜਿਵੇਂ ਕੋਈ ਆਦਮੀ ਬੈਠਾ ਹੋਵੇ। ਇਹ ਰੁੱਖ ਉਹਨਾਂ ਦੋਹਾਂ ਧੌੜਿਆਂ ਦੇ ਵਿਚਕਾਰ ਹੋਵੇਗਾ। ਬੰਦੇ ਫਿਰ ਤੁਰ ਕੇ ਪਰਤ ਆਏ।
ਅਤੇ ਉਹਨਾਂ ਨੇ ਇਹ ਸੋਗੀ ਖਬਰ ਸੁਣਾਈ ਕਿ ਉਹਨਾਂ ਨੂੰ ਧੌੜਿਆਂ ਦੇ ਵਿਚਕਾਰ ਅਤੇ ਆਸੇ-ਪਾਸੇ ਸਗੋਂ ਦੂਰ-ਦੂਰ ਤੱਕ ਵੀ ਕੋਈ ਅਜਿਹਾ ਰੁੱਖ ਨਜ਼ਰ ਨਹੀਂ ਆਇਆ। ਰਾਫੇ ਬਿਨ ਉਮੈਰਾ ਨੇ ਕਿਹਾ, ਸਮਝ ਲਓ ਫਿਰ ਅਸੀਂ ਸਭ ਮਾਰੇ ਗਏ। ਉਸ ਨੇ ਕੁਝ ਸੋਚ ਕੇ ਅਤੇ ਖਿੱਝ ਕੇ ਕਿਹਾ, ਇੱਕ ਵਾਰ ਫਿਰ ਜਾਓ, ਦਰਖਤ ਮਿਲ ਜਾਵੇਗਾ, ਰੇਤ ਦੇ ਅੰਦਰ ਭਾਲੋ। ਬੰਦੇ ਫਿਰ ਗਏ। ਨੇਜੇ ਅਤੇ ਤਲਵਾਰਾਂ ਰੇਤ ਵਿੱਚ ਖੋਬ-ਖੋਬ ਕੇ ਲੋੜੀਂਦਾ ਰੁੱਖ ਭਾਲਣ ਲੱਗੇ। ਇੱਕ ਥਾਂ ਉਹਨਾਂ ਨੂੰ ਰੇਤ ਦੀ ਢੇਰੀ ਨਜ਼ਰ ਆਈ। ਰੇਤ ਹਟਾਈ ਤਾਂ ਉੱਥੇ ਇੱਕ ਰੁੱਖ ਦਾ ਖੁੰਗੇਦਾਰ ਤਣਾ ਦਿਸਿਆ। ਇਹ ਕੰਡਿਆਲਾ ਸੀ। ਰਾਫੇ ਨੇ ਕਿਹਾ, ਪੁੱਟ ਸੁੱਟੋ ਇਸ ਦਰਖਤ ਨੂੰ ਅਤੇ ਇਸ ਜਗ੍ਹਾ ਤੋਂ ਜ਼ਮੀਨ ਪੁੱਟੋ। ਜ਼ਮੀਨ ਇੰਨੀ ਜ਼ਿਆਦਾ ਨਹੀਂ ਪੁੱਟੀ ਗਈ ਸੀ ਕਿ ਪਾਣੀ ਨਿਕਲ ਆਇਆ ਅਤੇ ਨਹਿਰ ਵਾਂਗ ਵਗਣ ਲੱਗਾ। ਇਸ ਟੋਏ ਨੂੰ ਪੁੱਟ-ਪੁੱਟ ਕੇ ਖੁੱਲਾ ਕਰਦੇ ਗਏ, ਇੱਥੋਂ ਤੱਕ ਕਿ ਇਹ ਖੁੱਲਾ ਤਲਾਅ ਬਣ ਗਿਆ। ਕਾਫਲੇ ਦੇ ਲੋਕ ਇਸ ਪਾਣੀ ਤੇ ਟੁੱਟ ਪਏ। ਇਤਿਹਾਸਕਾਰ ਵਾਕਦੀ ਲਿਖਦਾ ਹੈ ਕਿ ਇਹ ਪਾਣੀ ਇੰਨਾ ਜ਼ਿਆਦਾ ਸੀ ਕਿ ਇੰਨੇ ਵੱਡੇ ਕਾਫਲੇ ਨੇ ਪੀਤਾ, ਫਿਰ ਊਠਾਂ ਅਤੇ ਘੋੜਿਆਂ ਨੇ ਪੀਤਾ, ਤਦ ਵੀ ਇਹ ਨਿਕਲਦਾ ਰਿਹਾ। ਮੁਜਾਹਿਦਾਂ ਨੇ ਮਸ਼ਕਾਂ ਭਰ ਲਈਆਂ। ਤਦ ਉਹਨਾਂ ਨੂੰ ਖਿਆਲ ਆਇਆ ਕਿ ਪਤਾ ਨਹੀਂ ਉਹਨਾਂ ਦੇ ਕਿੰਨੇ ਸਾਥੀ ਮਗਰ ਰਹਿ ਗਏ ਹਨ। ਊਠ ਵੀ ਤਰੋਤਾਜ਼ਾ ਹੋ ਚੁੱਕੇ ਸਨ ਅਤੇ ਇਨਸਾਨ ਵੀ। ਆਪਣੇ ਸਾਥੀਆਂ ਦਾ ਖਿਆਲ ਆਉਂਦੇ ਹੀ ਕਈ ਮੁਜਾਹਿਦ ਊਠਾਂ ਤੇ ਸਵਾਰ ਹੋਏ ਅਤੇ ਵਾਪਸ ਪਿਛਾਂ ਵੱਲ ਚਲੇ ਗਏ। ਉਹ ਦ੍ਰਿਸ਼ ਬੜਾ ਭਿਆਨਕ ਸੀ। ਜਗ੍ਹਾ ਜਗ੍ਹਾ ਕੋਈ ਨਾ ਕੋਈ ਮੁਜਾਹਿਦ ਅਤੇ ਕੋਈ ਊਠ ਜਾਂ ਘੋੜਾ ਰੇਤ ਤੇ ਬੇਹੋਸ਼ ਪਿਆ ਸੜ ਰਿਹਾ ਸੀ। ਮੁਜਾਹਿਦਾਂ ਨੇ ਉਹਨਾਂ ਦੇ ਮੂੰਹ ਵਿੱਚ ਪਾਣੀ ਪਾਇਆ ਅਤੇ ਉਹਨਾਂ ਨੂੰ ਆਪਣੇ ਨਾਲ ਲੈ ਆਏ। ਕੁਝ ਮੁਜਾਹਿਦ ਸ਼ਹੀਦ ਹੋ ਗਏ ਸਨ। ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੇ ਉੱਥੇ ਹੀ ਦਫਨ ਕਰ ਦਿੱਤਾ। ਹਜ਼ਰਤ ਖਾਲਿਦ ਨੇ ਰਾਫੇ ਬਿਨ ਉਮੈਰਾ ਨੂੰ ਜੱਫੀ ਪਾ ਕੇ ਕਿਹਾ, ਇਬਨ ਉਮੈਰਾ, ਤੂੰ ਕਾਫਲੇ ਨੂੰ ਬਚਾ ਲਿਆ ਹੈ। ਰਾਫੇ ਨੇ ਕਿਹਾ, ਰੱਬ ਨੇ ਬਚਾਇਆ ਹੈ ਇਬਨ ਵਲੀਦ। ਮੈਂ ਇਸ ਚਸ਼ਮੇ ਤੇ ਸਿਰਫ ਇੱਕ ਵਾਰ ਆਇਆ ਸੀ ਅਤੇ ਇਹ 30 ਵਰ੍ਹੇ ਪਹਿਲਾਂ ਦੀ ਘਟਨਾ ਹੈ। ਮੈਂ ਉਸ ਵੇਲੇ ਬਹੁਤ ਛੋਟਾ ਸੀ ਅਤੇ ਮੇਰਾ ਪਿਓ ਮੈਨੂੰ ਆਪਣੇ ਨਾਲ ਲਿਆਇਆ ਸੀ। ਇਸ ਚਸ਼ਮੇ ਨੂੰ ਹੁਣ ਰੇਤ ਨੇ ਢੱਕ ਲਿਆ ਸੀ, ਪਰ ਮੈਨੂੰ ਯਕੀਨ ਸੀ ਕਿ ਇੱਥੇ ਚਸ਼ਮਾ ਮੌਜੂਦ ਹੈ। ਇਹ ਰੱਬ ਦਾ ਖਾਸ ਕਰਮ ਹੈ ਕਿ ਚਸ਼ਮਾ ਮੌਜੂਦ ਸੀ। ਇਹਨਾਂ ਮੁਜਾਹਿਦਾਂ ਦੀ ਮੁਹਿੰਮ ਇਸ ਸਫ਼ਰ ਤੇ ਖਤਮ ਨਹੀਂ ਹੋਈ ਸੀ। ਇਹ ਤਾਂ ਅਜ਼ਮਾਇਸ਼ ਦੀ ਇੱਕ ਕੜੀ ਸੀ ਜਿਸ ਵਿੱਚੋਂ ਉਹ ਲੰਘ ਆਏ ਸਨ। ਉਹਨਾਂ ਦਾ ਅਸਲੀ ਇਮਤਿਹਾਨ ਅਜੇ ਬਾਕੀ ਸੀ। ਸ਼ਾਮ ਦੀ ਸਰਹੱਦ ਤੱਕ ਪੁੱਜਣ ਲਈ ਹਾਲੇ 2 ਮੰਜ਼ਲਾਂ ਹੋਰ ਪਈਆਂ ਸਨ, ਪਰ ਉਹ ਔਖੀਆਂ ਨਹੀਂ ਸਨ।